हम जान दे के औरों की जाने बचा चले, हम जान दे के औरों की जाने बचा चले। सिक्की की नींव हम हैं, सरों पर उठा चले, हम जान दे के औरों की जाने बचा चले, हम जान दे के औरों की जाने बचा चले। ਇਹ ਜ਼ੁਲਮ ਹੈ, ਅਸੀਂ ਜ਼ੁਲਮ ਨਹੀਂ ਸਹਿਣਾ। ਜ਼ੁਲਮ ਸਹਿਣਾ ਵੀ ਉਨਾ ਪਾਪ ਹੈ ਜਿੰਨਾ ਜ਼ੁਲਮ ਕਰਨਾ ਪਾਪ ਹੈ। ਸ਼ਹੀਦਾਂ ਜਾਨ ਦੇ ਦਿੱਤੀ ਕਿ ਰੰਗਾਂ ਵਿੱਚ ਬਸੇ ਦੁਨੀਆ, ਉਹਨਾਂ ਦੇ ਖੂਨ ਦੀ ਗਰਮੀ ਜ਼ੰਜੀਰਾਂ ਢਾਲ ਦਿੰਦੀ ਹੈ। ਸਿਰਾਂ ਦੀ ਕਲਮ ਲੈ ਕੇ ਉਹ ਇਤਿਹਾਸ ਲਿਖਦੇ ਨੇ, ਉਹਨਾਂ ਦੀ ਚਰਬੀ ਤੂਫਾਨਾਂ ਵਿੱਚ ਦੀਵੇ ਬਾਲ ਦਿੰਦੀ ਹੈ। ਜਾਨ ਜਾਏ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਏ। ਮੁਗਲਾਂ ਦੇ ਰਾਜ ਸਮੇਂ ਹਿੰਦੁਸਤਾਨ ਦੇ 3 ਸੂਬੇ ਸਨ, ਦਿੱਲੀ, ਲਾਹੌਰ ਤੇ ਸਰਹੰਦ। ਉਸ ਸਮੇਂ ਦਿੱਲੀ ਤੇ ਲਾਹੌਰ ਨਾਲੋਂ ਸਰਹੰਦ ਦੀ ਚੜ੍ਹਤ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਕਿ ਇਹਨਾਂ ਦੋਵਾਂ ਸ਼ਹਿਰਾਂ ਦੇ ਮੁਕਾਬਲੇ ਸਰਹੰਦ ਵਿੱਚ ਜ਼ਮੀਨ ਦਾ ਮੁੱਲ ਕਿਤੇ ਉੱਚਾ ਸੀ। ਇੱਥੋਂ ਦੇ ਮੀਲਾਂ ਤੱਕ ਛੱਤੇ ਹੋਏ ਬਾਜ਼ਾਰਾਂ 'ਚ ਬਣਿਆ ਮੁਨਿਆਰੀ ਦਾ ਸਮਾਨ ਯੂਰਪ ਤੱਕ ਪੁੱਜਦਾ ਸੀ। ਸ਼ਾਹਜਹਾਂ ਨੇ ਇਸ ਵਿੱਚ ਬਹੁਤ ਹੀ ਸ਼ਾਨਦਾਰ ਇਮਾਰਤਾਂ ਬਣਵਾਈਆਂ, ਜਿਨ੍ਹਾਂ ਵਿੱਚ ਆਮ ਖਾਸ ਬਾਗ ਵੀ ਸ਼ਾਮਲ ਹੈ। ਇਸ ਬਾਗ ਵਿੱਚ ਗਰਮੀਆਂ ਵਿੱਚ ਪਾਣੀ ਨੂੰ ਠੰਡਾ ਅਤੇ ਸਰਦੀਆਂ ਵਿੱਚ ਗਰਮ ਕਰਨ ਦਾ ਪ੍ਰਬੰਧ ਸੀ। ਉਸੇ ਬਾਗਾਂ ਅਤੇ ਹਵੇਲੀਆਂ ਵਾਲੇ ਸਰਹੰਦ ਵਿੱਚ ਸ਼ਹਾਦਤ ਦੀ ਉਹ ਦਾਸਤਾਨ ਲਿਖੀ ਗਈ, ਜਿਸ ਦੇ ਹਰ ਇੱਕ ਅੱਖਰ ਨੂੰ ਲਿਖਣ ਤੋਂ ਪਹਿਲਾਂ ਕਲਮ ਲਹੂ ਦੇ ਦਰਿਆ ਵਿੱਚ ਡੁੱਬ ਕੇ ਬਾਹਰ ਨਿਕਲੀ। हम जान दे के औरों की जान। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਪਰਿਵਾਰ ਨਾਲੋਂ ਵਿਛੜ ਕੇ ਸਰਸਾ ਦੇ ਉਹਨਾਂ ਹੀ ਝੱਲ ਬੇਲਿਆਂ 'ਚੋਂ ਹੁੰਦੇ ਹੋਏ ਨਦੀ ਦੇ ਕਿਨਾਰੇ, ਦੋਨੋਂ ਨਦੀਆਂ ਦਾ ਸੰਗਮ ਹੈ, ਸਤਲੁਜ ਤੇ ਸਰਸਾ ਦਾ, ਉੱਥੇ ਬੇਸ਼ੁਮਾਰ ਪਾਣੀ ਹੈ। ਅੱਜ ਵੀ ਉੱਥੇ ਬੇੜੀ ਪੈਂਦੀ ਹੈ, ਅੱਜ ਵੀ ਲੋਕ ਜਦੋਂ ਲੰਘਦੇ ਆ ਪਰਲੇ ਪਾਸੇ ਦੇ ਬੇੜੀ 'ਚ ਆਉਂਦੇ ਆ। ਸੋ ਉੱਥੇ ਬਾਬਾ ਕੁੰਮਾ ਮਾਸ਼ਕੀ, ਕਰੀਮ ਬਖਸ਼ ਇਹਨਾਂ ਦਾ ਨਾਂ ਸੀ, ਲੋਕ ਕੁੰਮਾ ਮਾਸ਼ਕੀ ਕਹਿੰਦੇ ਸੀ, ਮਲਾਹ ਸਨ। ਉਹਨਾਂ ਦੀ ਕੱਖਾਂ ਦੀ ਛੱਪਰ ਵਿੱਚ ਰਾਤ ਕੱਟਦੇ ਆ। ਇਸ ਰੱਬ ਦੇ ਬੰਦੇ ਨੇ, ਖੁਦਾ ਪ੍ਰਸਤ ਆਦਮੀ ਸੀ ਇਹ, ਬੜਾ ਪ੍ਰੇਮ ਵਾਲਾ ਕਰੀਮ ਬਖਸ਼। ਇਹਨੇ ਸੇਵਾ ਕੀਤੀ। ਨੇੜੇ ਪਿੰਡ ਹੈ ਚੱਕ ਢੇਰਾ, ਉੱਥੋਂ ਦੀ ਰਹਿਣ ਵਾਲੀ ਬੀਬੀ ਲక్ష్ਮੀ ਬ੍ਰਾਹਮਣੀ ਉਹਨਾਂ ਦਾ ਨਾਂ, ਉਹਨਾਂ ਨੇ ਪ੍ਰਸ਼ਾਦਾ ਲਿਆ ਕੇ ਛਕਾਇਆ ਸਾਹਿਬਜ਼ਾਦਿਆਂ ਨੂੰ। ਕਾਮੇ ਮਾਸ਼ਕੀ ਦੇ ਪਾਸ ਇੱਕ ਵਪਾਰੀ ਸੀ ਜਿਹੜਾ ਖੱਚਰਾਂ ਤੇ ਪਿੰਡਾਂ ਵਿੱਚ ਸਮਾਨ ਦੀ ਢੋ ਢੁਆਈ ਕਰਦਾ ਸੀ। ਉਸਨੇ ਉਸ ਨੂੰ ਦੱਸਿਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਨੇ, ਮਾਤਾ ਜੀ ਨੇ। ਉਸ ਵੇਲੇ ਇਲਾਕੇ 'ਚ ਬੜੀ ਦਹਿਸ਼ਤ ਸੀ ਸੂਬਾ ਸਰਹੰਦ ਦੀ। ਜਿਹੜਾ ਖੱਚਰ ਸਵਾਰ ਸੀ ਉਹਨੇ ਕਿਹਾ ਵੀ ਮੈਂ ਲੈ ਤੇ ਜਾਣਾ, ਲੇਕਿਨ ਜੇ ਪਤਾ ਲੱਗ ਗਿਆ ਤਾਂ ਮੈਨੂੰ ਕੋਲੂ 'ਚ ਪੀੜ ਦੇਣਗੇ। ਉਹਨੇ ਦੋਵੇਂ ਬੱਚੇ ਜਿਹੜੇ ਸੀ 2 ਬੋਰੀਆਂ 'ਚ ਬੰਨ੍ਹ ਕੇ ਖੱਚਰ ਦੇ ਸੱਜੇ ਖੱਬੇ ਲਟਕਾ ਲਏ ਅਤੇ ਮਾਤਾ ਜੀ ਨਾਲ ਪੈਦਲ ਹੋ ਗਏ। ਇਸ ਹਾਲਤ ਵਿੱਚ ਇਹ ਰਾਤ ਦੇ ਹਨੇਰੇ 'ਚ ਸਹੇੜੀ ਪਿੰਡ ਪਹੁੰਚੇ, ਗੰਗੂ ਦੇ ਘਰ। ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਬਹੁਤ ਸਾਰੇ ਸ਼ਹੀਦੀ ਪ੍ਰਸੰਗ ਲਿਖੇ ਗਏ। ਉਹਨਾਂ ਵਿੱਚੋਂ ਹਕੀਮ ਅੱਲਾ ਯਾਰ ਖਾਂ ਜੋਗੀ ਵੱਲੋਂ ਵੱਡੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਪ੍ਰਸੰਗ, ਗੰਜੇ ਸ਼ਹੀਦਾਂ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ
ਸ਼ਹੀਦਾਨ ਏ ਵਫਾ ਬਹੁਤ ਹੀ ਰੂਹ ਭਿੱਜੀ ਸ਼ਬਦਾਵਲੀ ਵਿੱਚ ਲਿਖੇ ਗਏ ਨੇ। ਇਹ ਦੋਵੇਂ 1913 ਤੇ 1915 ਦੇ ਨੇੜੇ ਤੇੜੇ ਲਾਹੌਰ ਵਿੱਚ ਛਪੇ। ਜੋਗੀ ਜੀ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਡੇ ਵਡੇਰੇ ਦੱਖਣ ਤੋਂ ਸਨ। ਉਹ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਰਹਿੰਦੇ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਸ਼ਰਧਾਲੂ ਸਨ ਕਿ ਆਪਣੇ ਅਖੀਰਲੇ ਵੇਲੇ ਵੀ ਗੁਰੂ ਜੀ ਦੇ ਪ੍ਰਤੱਖ ਦਰਸ਼ਨ ਮਹਿਸੂਸ ਕਰਦੇ ਸਨ। ताजियो तख्त बस अब कौम पाएगी, गद्दी से ताजियो तख्त बस अब कौम पाएगी, दुनिया से जालिमों का निशा तक मिटाएगी, निशा तक मिटाएगी। 1705 ਈਸਵੀ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਲਗਾਉਣ ਦੀ ਪਿਰਤ 1888 ਈਸਵੀ ਵਿੱਚ ਗਿਆਨੀ ਠਾਕਰ ਸਿੰਘ ਹੋਰਾਂ ਨੇ ਪਾਈ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੰਡਿਆਲੇ ਦੇ ਜੰਮਪਲ ਸਨ। ਉਹਨਾਂ ਨੇ ਭਾਈ ਮਹਾਰਾਜ ਸਿੰਘ ਤੋਂ ਸਿੱਖ ਧਰਮ ਦੀ ਸਿੱਖਿਆ ਲੈ ਕੇ ਕਥਾ ਰਾਹੀਂ ਧਰਮ ਪ੍ਰਚਾਰ ਕੀਤਾ। ਸਿੱਖ ਰਿਆਸਤਾਂ ਵਿੱਚ ਉਹਨਾਂ ਦਾ ਬਹੁਤ ਆਦਰ ਮਾਣ ਸੀ। ਉਹਨਾਂ ਨੇ ਆਪਣੀ ਰਚਨਾ ਸ਼ਹੀਦੀ ਬਿਲਾਸ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾ ਬਿਆਨ ਕੀਤਾ। ਉਹ ਲਿਖਦੇ ਨੇ, ਪਹੁੰਚੇ ਬੀਚ ਕਚਹਿਰੀ ਜਾਈ, ਵਾਹਿਗੁਰੂ ਕੀ ਫਤਿਹ ਗਜਾਈ, ਖੜੇ ਹੋਏ ਬੋਲਿਓ ਜੈਕਾਰਾ, ਸਤਿ ਸ਼੍ਰੀ ਅਕਾਲ ਉਚਾਰਾ। ਕਿ ਸੰਨ 1888 ਤੱਕ ਸਿੱਖ ਜਗਤ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਦਿਵਸ ਸੀ, ਪਹਿਲਾਂ ਉਚੇਚੇ ਤੌਰ 'ਤੇ ਨਹੀਂ ਮਨਾਇਆ ਜਾਂਦਾ ਸੀ। ਸਿੱਖ ਪੰਥ ਦੇ ਵਿੱਚ ਇੱਕ ਐਸੇ ਪ੍ਰਚਾਰਕ ਹੋਏ ਹਨ ਜਿਨ੍ਹਾਂ ਦਾ ਨਾਮ ਗਿਆਨੀ ਠਾਕਰ ਸਿੰਘ ਸੀ। ਉਹਨਾਂ ਦਾ ਜਨਮ 1838 ਦਾ ਅਤੇ ਉਹ 1943 ਦੇ ਵਿੱਚ ਸੁਰਗਵਾਸ ਹੁੰਦੇ ਹਨ। ਉਹਨਾਂ ਨੇ ਸਿੱਖ ਧਰਮ ਬਾਰੇ 8 ਗ੍ਰੰਥ ਲਿਖੇ ਹਨ ਅਤੇ ਥਾਂ ਥਾਂ ਸਾਰੇ ਭਾਰਤ ਅਤੇ ਪੰਜਾਬ ਵਿੱਚ ਪ੍ਰਚਾਰ ਕਰਦੇ ਰਹੇ ਹਨ। ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇਹ ਪ੍ਰਚਾਰ ਕਰਕੇ ਸਿੱਖ ਜਗਤ ਨੂੰ ਕਿ ਸਾਹਿਬਜ਼ਾਦਿਆਂ ਦਾ ਦਿਨ ਮਨਾਇਆ ਜਾਵੇ। 1888 ਤੋਂ ਇਹ ਰਵਾਇਤ ਜਿਹੜੀ ਹੈ ਵਿਸ਼ੇਸ਼ ਤੌਰ 'ਤੇ ਸ਼ੁਰੂ ਹੋਈ ਹੈ। ਅੱਜ ਬਹੁਤ ਘੱਟ ਲੋਕ ਗਿਆਨੀ ਠਾਕਰ ਸਿੰਘ ਜੀ ਦੀ ਉਸ ਕੁਰਬਾਨੀ ਨੂੰ ਜਾਣਦੇ ਹਨ, ਜਿਨ੍ਹਾਂ ਨੇ ਇਹ ਸ਼ਹੀਦ ਬਿਲਾਸ ਵੀ ਉਹਨਾਂ ਨੇ ਸਾਹਿਬਜ਼ਾਦਿਆਂ ਬਾਰੇ ਲਿਖਿਆ ਔਰ ਸਿੱਖ ਜਗਤ ਨੂੰ ਜਾਗਰਤ ਵੀ ਕੀਤਾ। ਅੱਜ ਅਸੀਂ ਇਹ ਸ਼ਹੀਦੀ ਦਿਵਸ ਵਿਸ਼ੇਸ਼ ਤੌਰ 'ਤੇ ਇੱਕ ਦੈਵੀ ਉਪਰਾਮਤਾ ਦੇ ਵਿੱਚ ਉਦਾਸੀ ਦੇ ਵਿੱਚ ਮਨਾਉਂਦੇ ਹਾਂ। ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾਗੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਹਾਂ ਜੀ ਲਾ ਕੇ, ਹੋ ਬੂਏ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚਖੰਡ ਵਿੱਚ ਜਾ ਕੇ, ਹਾਂ ਜੀ ਜਾ ਕੇ। ਇਹ ਜਗਦੇ ਦੀਵੇ ਨੇ ਜਿਹੜੇ ਅੱਜ ਸਦੀਆਂ ਪਿੱਛੋਂ ਵੀ ਰੌਸ਼ਨ ਨੇ, ਅਤੇ ਉਸੇ ਰੌਸ਼ਨੀ 'ਚ ਅਸੀਂ ਲੋਕ ਤੁਰੇ ਫਿਰਦੇ ਹਾਂ ਅਤੇ ਸਾਡੀ ਸਿੱਖੀ ਬਰਕਰਾਰ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਬਾਰੇ ਮੈਂ ਲਿਖਦੀ ਹੁੰਦੀ ਹਾਂ ਕਿ ਸਾਨੂੰ ਮਿਲੀ ਸ਼ਹਾਦਤ ਗੁੜਤੀਆਂ 'ਚੋਂ, ਸਾਨੂੰ ਮਿਲੀ ਸ਼ਹਾਦਤ ਗੁੜਤੀਆਂ 'ਚੋਂ, ਹੈ ਬੰਦ ਬੰਦ ਕਟਾਉਣ ਦੀ ਜਾਚ ਸਾਨੂੰ, ਤੱਤੀ ਤਵੀ ਤੇ ਉਬਲਦੀ ਦੇਗ ਦੇ ਨਾਲ ਲਹਿੰਦੀ ਖੋਪੜੀ ਦੀ ਯਾਦ ਹੈ ਬਾਤ ਸਾਨੂੰ। ਕੁੰਮੇ ਮਾਸ਼ਕੀ ਦੀ ਛੰਨ ਤੋਂ ਬਾਅਦ ਜਦੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਗੰਗੂ ਦੇ ਘਰ ਸਹੇੜੀ ਵਿਖੇ ਰੁਕੇ ਹੋਏ ਸਨ ਤਾਂ ਰਾਤ ਨੂੰ ਉਸਨੇ ਮਾਤਾ ਜੀ ਦੀਆਂ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ। ਸਵੇਰੇ ਜਦੋਂ ਉਸਨੂੰ ਇਸ ਬਾਰੇ ਮਾਤਾ ਜੀ ਨੇ ਪੁੱਛਿਆ ਤਾਂ ਉਹ ਮੁੱਕਰ ਗਿਆ ਤੇ ਉਲਟਾ ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉੱਥੇ ਹੋਣ ਦੀ ਖਬਰ ਮੋਰਿੰਡੇ ਕੋਤਵਾਲੀ ਭੇਜ ਦਿੱਤੀ। ਸੋਨੇ ਦੀਆਂ ਮੋਹਰਾਂ ਪਿੱਛੇ ਗੰਗੂ ਨੇ ਮਾਸੂਮ ਜ਼ਿੰਦਗੀਆਂ ਦਾ ਸੌਦਾ ਕਰ ਲਿਆ। ਗੰਗੂ ਮੋਹਰਾਂ ਲੈ ਕੇ ਵੀ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਾ ਰਿਹਾ, ਪਰ ਮਾਸੂਮਾਂ ਦੀ ਸ਼ਹਾਦਤ ਦੀਆਂ ਪ੍ਰਤੀਕ ਤਸਵੀਰਾਂ ਹਰ ਘਰ ਦਾ ਮਾਣ ਬਣੀਆਂ। ਇਸ ਇਲਾਕੇ ਦੇ ਲੋਕ ਅੱਜ ਵੀ ਇਸ ਪਿੰਡ ਦਾ ਨਾਂ ਨਹੀਂ ਲੈਂਦੇ, ਸਗੋਂ ਸਾਹਮਣਾ ਪਿੰਡ ਕਹਿ ਕੇ ਗੱਲ ਕਰਦੇ ਨੇ।
ਇਹ ਉਹ ਸ਼ਹੀਦੀ ਪੰਦਰਵਾੜਾ ਹੈ ਜਿਸ ਪੰਦਰਵਾੜੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕੀਤਾ ਹੈ। ਇੱਕ ਵਿਦਵਾਨ ਦੇ ਬੋਲ ਨੇ, ਨਿਕਲੇ ਸਯਦ ਚਮਕੌਰ ਤੋਂ ਘਰ ਘਾਟ ਸਭ ਬਰਬਾਦ ਸੀ, ਪੈਰੀਂ ਸੀ ਛਾਲੇ ਪੈ ਗਏ, ਧਰ ਤੇ ਲਿਟੇ ਦਿਲਸ਼ਾਦ ਸੀ, ਫਰਸ਼ਾਂ ਤੇ ਹਾਹਾਕਾਰ ਸੀ, ਅਰਸ਼ਾਂ ਤੇ ਜੈ ਜੈ ਨਾਦ ਸੀ, ਆਖਣ ਉਸ ਕਰਤਾਰ ਨੂੰ ਹਰ ਵਕਤ ਜਿਸ ਦੀ ਯਾਦ ਸੀ, ਕਰਸਾਂ ਮੈਂ ਸੂੜ ਸੁਰਾਹੀ ਦਾ ਖੰਜਰ ਪਿਆਲੇ ਪੀਆਂਗਾ, ਪੰਥ ਮੇਰੇ ਨੂੰ ਸੁੱਖ ਮਿਲੇ ਮੈਂ ਸੁੱਖਾਂ ਦੇ ਜਿਉਣੇ ਜੀਆਂਗਾ। ਕਲਗੀਧਰ ਪਾਤਸ਼ਾਹ ਨੇ ਆਪ ਦੁੱਖ ਝੱਲ ਕੇ ਤੇ ਪੰਥ ਦੀ ਝੋਲੀ ਸੁੱਖਾਂ ਦੇ ਨਾਲ, ਪੰਥ ਦੀ ਝੋਲੀ ਖੁਸ਼ੀਆਂ ਦੇ ਨਾਲ ਭਰੀ। ਮਰਿੰਡੇ ਤੋਂ ਸਿਪਾਹੀ ਸਹੇੜੀ ਪੁੱਜ ਗਏ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। ਅਗਲੇ ਦਿਨ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਵਗ ਰਹੀਆਂ ਹਵਾਵਾਂ ਵੀ ਕਬਰਾਂ ਦੇ ਰੁੱਖਾਂ ਨਾਲ ਰਲ ਗਈਆਂ ਸਨ। ਪਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਤਿਹਾਸ ਨੂੰ ਇਹ ਦੱਸਣ ਜਾ ਰਹੇ ਸੀ ਕਿ ਕਈ ਕਬਰਾਂ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਕਿਸੇ ਕੌਮ ਦੇ ਸਾਹ ਪਏ ਹੁੰਦੇ ਨੇ। ਬੜੇ ਲਹੂਰਾਂ ਦੇ ਨਾਲ ਇਹ 10-12 ਕੋਹ ਦਾ ਸਫ਼ਰ ਕਰਕੇ ਮਾਤਾ ਜੀ ਜਿਹੜੇ ਨੇ ਉਹਨਾਂ ਨੂੰ ਸਰਹੰਦ ਲਿਆਂਦਾ ਗਿਆ। ਦੱਸਦੇ ਨੇ ਕਿ ਇੱਕ ਪਿੱਛੋਂ ਕੋਈ ਰੱਥ ਵਾਲਾ ਆ ਰਿਹਾ ਸੀ, ਥੋੜ੍ਹਾ ਸਫ਼ਰ ਉਸ ਰੱਥ 'ਚ ਬਿਠਾਇਆ, ਜੋ ਚੱਲ ਹੀ ਨਹੀਂ ਸੀ ਹੁੰਦਾ। ਹੁਣ ਸਾਰਿਆਂ ਨੂੰ ਘੋੜੇ 'ਤੇ ਤਾਂ ਬਿਠਾਇਆ ਵੀ ਨਹੀਂ ਸੀ ਜਾ ਸਕਦਾ। ਫਿਰ ਥੋੜ੍ਹੀ ਦੂਰ ਉਸ ਰੱਥ 'ਚ ਬਿਠਾ ਕੇ ਤੇ ਜਿੱਥੇ ਰੌਜ਼ਾ ਸ਼ਰੀਫ ਹੈ ਉਸ ਦੇ ਨੇੜੇ ਫਿਰ ਰੱਥ 'ਚੋਂ ਉਤਾਰ ਕੇ ਫਿਰ ਪੈਦਲ ਕਰ ਲਿਆ। ਵਜੀਦ ਖਾਨ ਨੂੰ ਇਤਲਾਹ ਦਿੱਤੀ। ਵਜੀਦ ਖਾਨ ਨੇ ਆਪਣੇ ਜਿਹੜਾ ਨਾਇਬ ਸੂਬੇਦਾਰ ਸੀ ਉਹਨੂੰ ਇਤਲਾਹ ਦਿੱਤੀ ਕਿ ਇਹਨਾਂ ਨੂੰ ਠੰਡੇ ਬੁਰਜ 'ਚ ਬੰਦ ਕਰ ਦਿਓ ਔਰ ਕੱਲ੍ਹ ਮੇਰੀ ਕਚਹਿਰੀ 'ਚ ਪੇਸ਼ ਕਰੋ। ਇਸ ਬੁਰਜ ਵਿੱਚ ਬਿਰਧ ਮਾਤਾ ਤੇ ਬਾਲ ਸਾਹਿਬਜ਼ਾਦੇ ਉਹਨਾਂ ਨੂੰ ਕੈਦ ਕੀਤਾ ਗਿਆ ਤੇ ਹਾਕਮ ਕਹਿੰਦਾ ਵਜੀਦ ਖਾਨ ਕਿ ਸਵੇਰੇ ਸਭ ਇੰਨਾ ਮੰਨ ਜਾਣਗੇ, ਸਭਾ ਵਿੱਚ ਲਿਆ ਕੇ ਪੇਸ਼ ਕਰੋ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਚੜ੍ਹਦੀ ਕਲਾ ਦੇ ਜੈਕਾਰੇ ਕਿਵੇਂ ਗੁੰਜਾਏ, ਉਸ ਬਾਰੇ ਕਵੀ ਬੰਤਾ ਸਿੰਘ ਆਪਣੀ ਕਿਰਤ ਸਾਕਾ ਸਰਹੰਦ ਵਿੱਚ ਲਿਖਦੇ ਨੇ। ਸਾਹਿਬਜ਼ਾਦਿਆਂ ਆਖਿਆ ਵੇਖ ਸੂਬੇ ਸਦਾ ਰਹਿਣਾ ਨਾ ਇਸ ਜਹਾਨ ਉੱਤੇ, ਉਹ ਵੀ ਇਸ ਜਹਾਨ ਤੋਂ ਉੱਠ ਗਏ, ਤਖਤ ਉੱਡਣ ਜਿਨ੍ਹਾਂ ਦੇ ਆਸਮਾਨ ਉੱਤੇ। ਅਸੀਂ ਨਬੀ ਦੀ ਨਹੀਂ ਨਮਾਜ਼ ਪੜ੍ਹਨੀ, ਮਰ ਜਾਂਗੇ ਆਪਣੀ ਆਨ ਉੱਤੇ, ਆਖਰ ਖਾਲਸਾ ਧਰਮ ਦੀ ਜੈ ਹੋਸੀ, ਬਾਜੀ ਖੇਲਾਂਗੇ ਆਪਣੀ ਜਾਨ ਉੱਤੇ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਉਸਦੇ ਸ਼ਬਦਾਂ ਦੀ ਜ਼ੁਲਮੀ ਸ਼ਤਰੰਜ ਨੂੰ ਉਸਦੇ ਹੀ ਪਿਆਦਿਆਂ ਨਾਲ ਮਾਤ ਦਿੱਤੀ, ਉਹ ਇਸ ਤਰ੍ਹਾਂ ਦੀ ਗੱਲ ਸੀ ਜਿਵੇਂ ਘਾਹ ਦੀਆਂ ਪੱਤੀਆਂ ਨੇ ਜੰਗਲ ਦੀ ਅੱਗ ਦਾ ਰਾਹ ਰੋਕ ਲਿਆ ਹੋਵੇ। ਇੱਕ ਪਾਸੇ ਸੱਚ ਦੇ ਸਿਰਨਾਮੇ ਸਨ ਤੇ ਦੂਜੇ ਪਾਸੇ ਕੂੜ ਦਾ ਕਹਿਰ। ਉਸ ਦਿਨ ਵਜ਼ੀਰ ਖਾਨ ਵੱਲੋਂ ਤਖਤ 'ਤੇ ਬੈਠ ਕੇ ਕੀਤੀ ਕੂੜ ਦੀ ਕਥਾ ਦਾ ਸੂਰਜ ਸੱਚ ਦੇ ਸਿਰਨਾਮਿਆਂ ਸਾਹਮਣੇ ਡੁੱਬ ਗਿਆ। ਇਹ ਜ਼ੁਲਮ ਹੈ, ਅਸੀਂ ਜ਼ੁਲਮ ਨਹੀਂ ਸਹਿਣਾ। ਜ਼ੁਲਮ ਸਹਿਣਾ ਵੀ ਉਨਾ ਪਾਪ ਹੈ ਜਿੰਨਾ ਜ਼ੁਲਮ ਕਰਨਾ ਪਾਪ ਹੈ। ਤੁਸੀਂ ਜ਼ੁਲਮ ਕਰ ਰਹੇ ਹੋ ਸਾਡੇ ਉੱਤੇ। ਸਾਡੇ ਅਕਾਲ ਪੁਰਖ ਦਾ ਹੁਕਮ ਹੈ ਕਿ ਜ਼ੁਲਮ ਸੰਸਾਰ ਦੇ ਉੱਤੇ ਨਹੀਂ ਹੋਏਗਾ। ਅਸੀਂ ਇਸ ਨੂੰ ਮਿਟਾਉਣਾ ਹੈ ਔਰ ਅਸੀਂ ਇਸ ਦੇ ਰਾਹ ਦੇ ਵਿੱਚ ਖੜ੍ਹੇ ਹਾਂ। ਜਿੰਨੀ ਵੀ ਸਾਡੀ ਸ਼ਕਤੀ ਹੈ ਅਸੀਂ ਉਹ ਸਾਰੀ ਇਹਦੇ ਵਿੱਚ ਝੋਕਾਂਗੇ ਤੇ ਅਸੀਂ ਤੁਹਾਨੂੰ ਜ਼ੁਲਮ ਨਹੀਂ ਕਰਨ ਦਿਆਂਗੇ। ਗਲ ਵਿੱਚ ਪੱਲਾ ਪਾ ਕੇ ਬੋਲਦੇ ਨੇ ਸਾਹਿਬਜ਼ਾਦੇ, ਸੁਣੋ ਮਾਤਾ ਸਾਹਿਬ ਅਸੀਂ ਚਿੱਤ ਨਾ ਡੁਲਾਵਾਂਗੇ। ਸ਼ੇਰਾਂ ਵਾਂਗ ਗੱਜਾਂਗੇ ਕਚਹਿਰੀ ਵਿੱਚ ਜਾਇ ਕੇ ਜੀ, ਪਾਜੀਆਂ ਨੂੰ ਵੇਖ ਕਦੇ ਅੱਖ ਨਾ ਨਿਵਾਵਾਂਗੇ। ਆਰਿਆਂ ਦੇ ਨਾਲ ਪੋਟਾ ਪੋਟਾ ਕਰ ਦੇਣ ਭਾਵੇਂ, ਚੱਲਾਂਗੇ ਤਸੀਹੇ ਵੱਟਾ ਧਰਮ ਨੂੰ ਨਾ ਲਾਵਾਂਗੇ। ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ, ਪਾਵਾਂਗੇ ਸ਼ਹੀਦੀ ਸਿੱਧੇ ਸੱਚਖੰਡ ਜਾਵਾਂਗੇ। बचा चले हम जान दे के औरों की जाने बचा चले।